ਮੁਅੱਜ਼ਿਜ਼ ਹਾਜ਼ਰੀਨ, ਮਿੱਟੀ ਦੇ ਪੁੱਤਰ ਹਾਂ ਤੇ ਉਹਨਾਂ ਦੇ ਨਾਲ ਅਸੀਂ ਸਾਰੇ ਹੀ ਸੰਘਰਸ਼ ਦੇ ਵਿੱਚ ਜੁੜੇ ਬੈਠੇ ਹਾਂ। ਤੇ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕੁਛ ਕੇਂਦਰ ਸਰਕਾਰ ਦੇ ਵੱਲੋਂ ਖੇਤੀਬਾੜੀ ਸੰਬੰਧਿਤ ਕਾਨੂੰਨਾਂ ਦੇ ਵਿੱਚ ਪੰਜਾਬ ਦੇ ਨਾਲ, ਪੰਜਾਬ ਦੀ ਕਿਸਾਨੀ ਦੇ ਨਾਲ ਜਿਸ ਤਰ੍ਹਾਂ ਦਾ ਵਸਾਘਾਤ ਕੀਤਾ ਗਿਆ ਹੈ, ਮੇਰੇ ਖਿਆਲ ਦੇ ਨਾਲ ਉਸ ਤੋਂ ਤਕਰੀਬਨ ਹੁਣ ਅਸੀਂ ਸਾਰੇ ਜਾਣੂ ਹੋ ਚੁੱਕੇ ਹਾਂ ਕਿ ਚਾਹੇ ਉਹ ਅਸੈਂਸ਼ੀਅਲ ਕਮੋਡਿਟੀ ਐਕਟ ਹੈ ਜਾਂ ਫਿਰ ਐਗਰੀਕਲਚਰ ਐਗਰੀਮੈਂਟ ਦੀ ਗੱਲ ਹੈ ਜਾਂ ਫਿਰ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਦੀ ਗੱਲ ਹੈ ਤੇ ਜਾਂ ਫਿਰ ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਹੈ। ਇਹ ਜਿੰਨੀਆਂ ਕੁ ਗੱਲਾਂ ਨੇ ਅਸੀਂ ਬਹੁਤ ਦਿਨਾਂ ਤੋਂ ਸੁਣ ਰਹੇ ਹਾਂ ਤੇ ਤਕਰੀਬਨ ਇਸ ਤੋਂ ਜਾਣੂ ਹੋ ਵੀ ਚੁੱਕੇ ਹਾਂ। ਹੁਣ ਜਿਹੜੀ ਸਾਡੇ ਸਾਹਮਣੇ ਸਮੱਸਿਆ ਹੈ, ਮੈਂ ਉਸ ਨੂੰ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਤੁਹਾਡੇ ਸਾਹਮਣੇ ਰੱਖਣਾ ਹੈ। ਸਮੱਸਿਆ ਸਾਡੇ ਸਾਹਮਣੇ ਇਹ ਹੈ ਕਿ ਕੇਂਦਰ ਦੇ ਵੱਲੋਂ ਇਹਨਾਂ ਸਾਡੀਆਂ ਮੰਗਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਜਾਂ ਨਹੀਂ, ਇਹ ਇੱਕ ਵੱਖਰੀ ਗੱਲ ਹੈ। ਪਰ ਕੀ ਅਸੀਂ ਆਪਣੇ ਇਸ ਸਮੁੱਚੇ ਸੰਘਰਸ਼ ਦੇ ਇੱਕ ਤੁਹਾਡੀ ਹੁੰਦੀ ਹੈ ਸ਼ਾਰਟ ਟਰਮ ਪਲੈਨਿੰਗ, ਇੱਕ ਹੁੰਦੀ ਹੈ ਲੌਂਗ ਟਰਮ ਪਲੈਨਿੰਗ, ਕੀ ਅਸੀਂ ਆਪਣੇ ਸੰਘਰਸ਼ ਦੀ ਲੰਬੀ ਔਰ ਛੋਟੀ ਨੀਤੀ ਹੈ ਅਜੇ ਤੱਕ ਉਲੀਕ ਸਕੇ? ਅਸੀਂ ਇਸ ਸੰਘਰਸ਼ ਦੇ ਵਿੱਚੋਂ ਪੰਜਾਬ ਦੀ ਹੋਂਦ ਦੇ ਵਾਸਤੇ, ਪੰਜਾਬ ਦੀਆਂ ਨਸਲਾਂ ਨੂੰ ਬਚਾਉਣ ਦੇ ਵਾਸਤੇ ਜਿਹੜਾ ਬਦਲ ਕੱਢਣਾ ਚਾਹੁੰਦੇ ਹਾਂ, ਕੀ ਅਸੀਂ ਉਸ ਬਦਲ ਦੇ ਬਾਰੇ ਸੋਚਿਆ? ਨਹੀਂ ਤਾਂ ਇਹ ਗੱਲ ਤਾਂ ਸਾਨੂੰ ਸਾਰਿਆਂ ਨੂੰ ਪਤਾ। ਮੈਂ ਇਤਿਹਾਸ 'ਚ ਤੁਹਾਨੂੰ ਕੁਝ ਛੋਟੀਆਂ ਉਦਾਹਰਨਾਂ ਦੇ ਕੇ ਥੋੜ੍ਹੇ ਸਮੇਂ ਦੇ ਵਿੱਚ ਹੀ ਸੰਖੇਪ 'ਚ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ। ਪੰਜਾਬ ਨੇ ਸੰਘਰਸ਼ ਪਹਿਲਾਂ ਵੀ ਲੜੇ ਨੇ, ਸੰਘਰਸ਼ ਅਸੀਂ ਪਹਿਲਾਂ ਵੀ ਬਹੁਤ ਕੀਤੇ ਨੇ, ਪਰ ਹਾਰੇ ਕਿੱਥੇ? ਅਸੀਂ ਸੰਘਰਸ਼ ਤਾਂ ਹਾਰੇ ਹੀ ਨਹੀਂ ਕਦੇ। ਅਸੀਂ ਮੈਦਾਨੇ ਜੰਗ 'ਚ ਨਹੀਂ ਹਾਰੇ, ਅਸੀਂ ਤੇਗ ਆਉਂਦੇ ਨਹੀਂ ਹਾਰੇ। ਅਸੀਂ ਹਾਰੇ ਕਿੱਥੇ? ਰਣਜੀਤ ਸਿੰਘ ਦੇ ਰਾਜ ਤੋਂ ਜਾਣ ਤੋਂ ਬਾਅਦ ਜੇਕਰ ਅਸੀਂ ਹਾਰੇ ਹਾਂ ਤਾਂ ਟੇਬਲ ਟਾਕ 'ਚ ਹਾਰੇ। ਅਸੀਂ ਬੇਸ 'ਤੇ ਜਾ ਕੇ ਹਾਰਦੇ ਸੀ, ਮੈਦਾਨੇ ਜੰਗ 'ਚ ਨਹੀਂ ਹਾਰਦੇ। ਜਿੱਥੇ ਸਾਡੇ ਨਾਲ ਸ਼ਮਸ਼ੀਰਾਂ ਖੜਕ ਰਹੀਆਂ ਹੁੰਦੀਆਂ ਨੇ, ਖੰਡੇ ਤੇ ਖੰਡਾ ਵੱਜ ਰਿਹਾ ਹੁੰਦਾ, ਅਸੀਂ ਉੱਥੇ ਨਹੀਂ ਹਾਰਦੇ। ਜਿੱਥੇ ਕਲਮ ਦੀ ਜੰਗ ਹੁੰਦੀ ਅਸੀਂ ਉੱਥੇ ਜਾ ਕੇ ਹਾਰਦੇ ਹਾਂ। ਆਪਣੇ ਪਿਛੋਕੜ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਤਾਂ ਸਿਰਫ ਹਿੰਦੁਸਤਾਨ ਦੀ ਗੱਲ ਹੈ। ਜੇਕਰ ਤੁਸੀਂ ਚੌਥੇ ਪਾਤਸ਼ਾਹ ਦੇ ਸਮੇਂ ਆਪਣੀ ਸੁਰਤ ਨੂੰ ਲੈ ਕੇ ਜਾਓ ਤਾਂ ਉਸ ਵੇਲੇ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਹੈ, ਉਹ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਹੈ। ਤੇ ਬਾਦਸ਼ਾਹ ਅਕਬਰ ਦਾ ਇੱਕ ਕਾਨੂੰਨ ਫਾਈਜ਼ੀ ਨੇ ਤਿਆਰ ਕੀਤਾ ਸੀ, ਜਿਸ ਨੂੰ ਦੀਨ ਇਲਾਹੀ ਕਿਹਾ ਜਾਂਦਾ ਸੀ। ਧਾਰਮਿਕ ਅਧਿਕਾਰ ਉਸ ਕੋਲ ਸੀ। ਕਾਬਲ ਤੋਂ ਵਾਪਸ ਜਾਂਦਾ ਪੰਜਾਬ ਦੇ ਵਿੱਚ ਆਇਆ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਿਕਾਇਤ ਹੋਈ। 3 ਸ਼ਿਕਾਇਤਾਂ ਸੀ। ਫਾਰਸੀ 'ਚ ਉਸਨੂੰ ਮਹਿਜ਼ਰਨਾਮਾ ਕਿਹਾ ਜਾਂਦਾ ਹੈ, ਮੈਮੋਰੈਂਡਮ ਕਹਿ ਦਿਓ ਤੁਸੀਂ। 3 ਸ਼ਿਕਾਇਤਾਂ ਦਾ ਉਹਦੇ ਦਰਬਾਰ ਦੇ ਵਿੱਚ ਜਵਾਬ ਦੇਣ ਦੇ ਵਾਸਤੇ ਭੇਜਿਆ ਗਿਆ ਜੇਠਾ ਜੀ ਨੂੰ, ਗੁਰੂ ਰਾਮਦਾਸ ਮਹਾਰਾਜ ਨੂੰ। ਸ਼ਿਕਾਇਤ ਕਰਤਾ ਧਿਰ ਉੱਥੇ ਹੈ, ਹਿੰਦੁਸਤਾਨ ਦਾ ਬਾਦਸ਼ਾਹ ਉੱਥੇ ਹੈ। ਸ਼ਿਕਾਇਤਾਂ ਹੋ ਰਹੀਆਂ ਨੇ ਤੇ 3 ਸ਼ਿਕਾਇਤਾਂ ਜਿਹੜੀਆਂ ਨੇ ਉਹਨਾਂ ਦਾ ਜਵਾਬ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਦਿੰਦੇ ਨੇ ਬਾਬਾ ਜੇਠਾ ਜੀ ਤੇ ਅਕਬਰ ਨੂੰ, ਉਹ 3 ਸ਼ਿਕਾਇਤਾਂ ਉਸੇ ਵੇਲੇ ਖਾਰਜ ਕਰਨੀਆਂ ਪੈਂਦੀਆਂ ਨੇ। ਉਹਦਾ ਕਾਰਨ ਕੀ ਹੈ ਕਿ ਜਿਹੜੀ ਸ਼ਿਕਾਇਤ ਕੀਤੀ ਗਈ ਸ਼ਿਕਾਇਤ ਕਰਤਾ ਧਿਰ ਵੱਲੋਂ, ਉਹਦੇ ਨਾਲ ਗੱਲਬਾਤ ਕਰਨ ਦੀ ਤਿਆਰੀ ਕਰਨ ਦਾ ਢੰਗ ਸਾਨੂੰ ਗੁਰੂ ਸਾਹਿਬ ਨੇ ਦੱਸਿਆ। ਅੱਜ ਅਸੀਂ ਗੱਲਬਾਤ ਦੇ ਟੇਬਲ ਦੇ ਉੱਪਰ ਜਾ ਕੇ ਹਾਰ ਜਾਂਦੇ ਹਾਂ। ਦੂਸਰੀ ਗੱਲ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਇਸ, ਮੈਂ ਕੰਵਰ ਭਾਜੀ ਉਹਨਾਂ ਦੇ ਨਾਲ ਬੈਠਾ ਸੀ ਤੇ ਇਸ ਮੁੱਦੇ ਦੇ ਉੱਪਰ ਅਸੀਂ ਇੱਕ ਚਿੰਤਨ ਕਰ ਰਹੇ ਸੀ। ਪੰਜਾਬੀਅਤ ਦੀ ਗੱਲ ਹੈ, ਪਰ ਪੰਜਾਬ ਦਾ ਇੱਕ ਹਿੰਦੂ ਵਰਗ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਹਿੰਦੂ ਵੀਰ ਆੜਤੀ ਦੁਕਾਨਦਾਰ ਸਾਡੇ ਨਾਲ ਬੈਠੇ ਨੇ, ਪਰ ਇੱਕ ਜਿਹੜਾ ਅਮੀਰ ਸਨਅਤਕਾਰ ਹਿੰਦੂ ਵਰਗ ਹੈ, ਉਹ ਪੰਜਾਬੀਅਤ ਦੇ ਨਾਲ ਆਪਣੇ ਆਪ ਨੂੰ ਜੁੜਿਆ ਕਿਉਂ ਨਹੀਂ ਮਹਿਸੂਸ ਕਰ ਰਿਹਾ? ਉਹ ਸਾਡੇ ਸੰਘਰਸ਼ ਦਾ ਹਿੱਸਾ ਕਿਉਂ ਨਹੀਂ ਬਣ ਰਿਹਾ, ਜਦੋਂ ਕਿ ਉਸ ਦੀ ਵੀ ਬਰਾਬਰ ਦੀ ਲੋੜ ਹੈ? ਪਿੱਛੇ ਜਿਹੀ ਗੱਲ ਹੈ ਜਲੰਧਰ ਦੇ ਵਿੱਚ, ਵੇਖੋ ਜਦੋਂ ਜਿਸ ਇਲਾਕੇ ਦੇ ਵਿੱਚ ਹੈ, ਇਸ ਇਲਾਕੇ ਨੇ ਸਰਦਾਰ ਕਪੂਰ ਸਿੰਘ ਵਰਗੇ ਵਿਦਵਾਨ ਨੂੰ ਜਨਮ ਦਿੱਤਾ ਹੈ। ਤੇ ਜਦੋਂ ਉਹਨੀਆਂ ਕਿਤਾਬਾਂ ਦੇ ਵਿੱਚ ਅਸੀਂ ਸਿੱਖ ਹੋਮਲੈਂਡ ਦੀ, ਸਿੱਖ ਸਟੇਟ ਦੀ ਗੱਲ ਕਰਦੇ ਹਾਂ ਨਾ, ਤਾਂ ਫਿਰ ਅੱਜ ਜਦੋਂ ਕੋਈ ਖੁਦ ਮੁਖਤਿਆਰੀ ਦੀ ਗੱਲ ਕਰਦਾ ਹੈ ਨਾ, ਤੇ ਫਿਰ ਸਰਦਾਰ ਕਪੂਰ ਸਿੰਘ ਦੀ ਉਹ ਗੱਲ ਚੇਤੇ ਆਉਂਦੀ ਹੈ ਜਾਂ ਫਿਰ ਦਰਸ਼ਨ ਸਿੰਘ ਫਿਲਮਾਨ ਦੀ ਵਸੀਅਤ ਯਾਦ ਆਉਂਦੀ ਹੈ।
ਕਿ ਕਿੰਨਾ ਗੱਲਾਂ ਦੇ ਵਿੱਚੋਂ ਖੁਦ ਮੁਖਤਿਆਰੀ ਦੀ ਗੱਲ ਜਿਹੜੀ ਉਹ ਪੈਦਾ ਹੁੰਦੀ ਹੈ। ਭਾਵੇਂ ਕਿ ਉਹਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਵਿਦਵਾਨਾਂ ਨੇ ਖੁਦ ਮੁਖਤਿਆਰੀ ਦੇ ਵੀ ਵੱਖਰੇ ਮਾਪਦੰਡ ਤੈਅ ਕੀਤੇ ਹੁੰਦੇ ਨੇ ਕਿ ਕਿੰਨੀ ਕੁ ਖੁਦ ਮੁਖਤਿਆਰੀ ਫੈਡਰਲ ਢਾਂਚੇ 'ਚ ਕਿਸੇ ਸਟੇਟ ਨੂੰ ਦਿੱਤੀ ਜਾਂਦੀ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਮੈਂ ਜਲੰਧਰ ਕਿਸੇ ਹਿੰਦੂ ਪਰਿਵਾਰ ਦੇ ਕੋਲ ਬੈਠਾ, ਉਹਨਾਂ ਦੇ ਬੱਚੇ ਦੀ ਮੌਤ ਹੋ ਗਈ ਸੀ ਡਰੱਗ ਲੈਣ ਦੇ ਨਾਲ, ਤੇ ਜਦੋਂ ਮੈਂ ਉਹਨਾਂ ਦੇ ਕੋਲ ਬੈਠਾ ਤੇ ਅਫਸੋਸ ਕਰਨਾ ਪਿਆ, ਮੇਰਾ ਨੇੜੂ ਦਾ ਪਰਿਵਾਰ ਸੀ ਤੇ ਉਸ ਬੱਚੇ ਦੀ ਮਾਂ ਕਹਿੰਦੀ ਹੈ, ਉਹਦੇ ਮੂੰਹ ਚੋਂ ਪਹਿਲਾ ਸ਼ਬਦ ਪਤਾ ਕੀ ਨਿਕਲਿਆ? ਕਾਸ਼ ਕਿਤੇ ਅੱਜ ਸੰਤ ਭਿੰਡਰਾਂਵਾਲਾ ਜਿਉਂਦਾ ਹੁੰਦਾ। ਮੈਂ ਕਿਹਾ ਜੀ ਤੁਸੀਂ ਜਦੋਂ ਉਹ ਜਿਉਂਦੇ ਸੀ ਉਦੋਂ ਤਾਂ ਤੁਸੀਂ ਵਿਰੋਧ ਦੇ ਵਿੱਚ ਸੀ, ਅੱਜ ਮਨ ਦੇ ਵਿੱਚ ਇਹ ਗੱਲ ਕਿਵੇਂ ਆ ਗਈ ਕਾਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਿਉਂਦਾ ਹੁੰਦਾ? ਕਹਿੰਦੀ ਇਸ ਕਰਕੇ ਆ ਗਈ ਕਿ ਕਮ ਸੇ ਕਮ ਸਾਡੇ ਬੱਚੇ ਨਸ਼ੇ ਦੇ ਨਾਲ ਨਾ ਮਰਦੇ। ਇਹਦਾ ਮਤਲਬ ਜਦੋਂ ਸਾਨੂੰ ਆਪ ਨੂੰ ਸੇਕ ਲੱਗਾ ਉਦੋਂ ਸਾਨੂੰ ਸੰਤ ਜਰਨੈਲ ਸਿੰਘ ਦੀ ਯਾਦ ਆਈ, ਪਰ ਉਸ ਸਮੇਂ ਜਿਹੜਾ ਸਾਡੇ ਸਾਹਮਣੇ ਹਿੰਦੁਸਤਾਨੀ ਮੀਡੀਆ ਨੇ ਜਿਹੜਾ ਬਰਤਾਂਤ ਸਿਰਜਿਆ, ਪਤਾ ਕੀ ਕਿਹਾ ਗਿਆ? ਮੈਂ ਕਹਿੰਦਾ ਇੱਥੇ ਵੀ ਮੀਡੀਆ ਬੈਠਾ ਹੈ, ਨਿਰਪੱਖ ਮੀਡੀਆ ਦੇ 'ਚ ਜੀ ਜਾਂਚ ਕਰਾ ਕੇ ਵੇਖ ਲਓ ਜੀ, ਪੰਜਾਬ ਦੇ ਵਿੱਚ 35,000 ਗੈਰ ਸਿੱਖ ਹਿੰਦੂ ਕਤਲ ਕਰ ਦਿੱਤਾ ਗਿਆ, ਜਦੋਂ ਕਿ ਜਿਹੜੇ ਅੰਕੜੇ ਨੇ ਉਹ 400 ਤੋਂ ਥੱਲੇ ਰਹਿ ਜਾਂਦੇ ਨੇ, 500 ਤੋਂ ਤਾਂ ਬਿਲਕੁਲ ਥੱਲੇ ਰਹਿ ਜਾਂਦੇ ਨੇ। ਗੱਲ ਕੀ ਸਟੇਟ ਦੇ ਵੱਲੋਂ, ਸਰਕਾਰਾਂ ਦੇ ਵੱਲੋਂ ਬਰਤਾਂਤ ਸਿਰਜਿਆ ਜਾਂਦਾ, ਜਿਹੜਾ ਬਰਤਾਂਤ ਹੁਣ ਸਿਰਜਿਆ ਜਾ ਰਿਹਾ, ਜਿਹੜਾ ਨਰੇਟਿਵ ਸੈੱਟ ਕੀਤਾ ਜਾ ਰਿਹਾ, ਬਿਜਲੀ ਨਹੀਂ ਆਵੇਗੀ ਕਿਸਾਨਾਂ ਦੇ ਸੰਘਰਸ਼ ਕਰਕੇ, ਕੋਲਾ ਖਤਮ ਹੋ ਰਿਹਾ ਹੈ ਕਿਸਾਨਾਂ ਦੇ ਸੰਘਰਸ਼ ਕਰਕੇ, ਦੁਕਾਨਦਾਰਾਂ ਨੂੰ ਦੀਵਾਲੀ ਦੇ ਉੱਪਰ ਲਾਉਣ ਦੇ ਵਾਸਤੇ ਉਹਨਾਂ ਦੀਆਂ ਵਸਤਾਂ ਨਹੀਂ ਮਿਲਣਗੀਆਂ ਕਿਸਾਨਾਂ ਦੇ ਸੰਘਰਸ਼ ਕਰਕੇ, ਛੋਟੇ ਦੁਕਾਨਦਾਰ ਦੀਵਾਲੀ ਦੇ ਉੱਪਰ ਦੁਕਾਨਾਂ ਨਹੀਂ ਲਾ ਲੈਣਗੇ ਕਿਸਾਨਾਂ ਦੇ ਸੰਘਰਸ਼ ਕਰਕੇ, ਬਾਰਡਰ ਦੇ ਉੱਪਰ ਫੌਜੀਆਂ ਨੂੰ ਸਮਾਨ ਨਹੀਂ ਪਹੁੰਚ ਰਿਹਾ ਕਿਸਾਨਾਂ ਦੇ ਸੰਘਰਸ਼ ਕਰਕੇ। ਗੱਲ ਕੀ ਕਿ ਉਹਨਾਂ ਕੋਲ ਜਿਹੜਾ ਵਿਕਾਊ ਮੀਡੀਆ ਹੈ ਉਹ ਸਾਰੇ ਲੋਕਾਂ ਦੀ ਮਾਨਸਿਕਤਾ ਦੀ ਦਿਸ਼ਾ ਜਿਹੜੀ ਇਸ ਡਾਇਰੈਕਸ਼ਨ ਦੇ ਵਿੱਚ ਸੈੱਟ ਕਰ ਦੇਵੇਗਾ, ਜਿੱਥੇ ਲੋਕਾਂ ਦੇ ਵਿੱਚ ਇਹ ਗੱਲ ਜਾਵੇਗੀ ਕਿ ਕਿਸਾਨਾਂ ਦਾ ਸੰਘਰਸ਼ ਸ਼ਾਇਦ ਪੰਜਾਬੀਅਤ ਦੇ ਵਾਸਤੇ ਖਤਰਨਾਕ ਸਾਬਤ ਹੋ ਰਿਹਾ, ਤੇ ਉੱਥੇ ਦੋਸ਼ੀ ਕੌਣ ਆ? ਅਸੀਂ ਅਜੇ ਤੱਕ ਉਹਨਾਂ ਲੋਕਾਂ ਨਾਲ, ਸ਼ਹਿਰੀ ਲੋਕਾਂ ਦੇ ਨਾਲ ਇੱਕ ਡਾਇਲੌਗ ਨਹੀਂ ਰਚਾ ਸਕੇ, ਅਸੀਂ ਇੱਕ ਸੰਵਾਦ ਨਹੀਂ ਸਿਰਜ ਸਕੇ, ਅਸੀਂ ਦੱਸ ਨਹੀਂ ਸਕੇ ਕਿ ਪੰਜਾਬ ਦੇ ਵਿੱਚ ਇਹਨਾਂ ਬਿੱਲਾਂ ਦੇ ਨਾਲ ਪੰਜਾਬ ਦਾ ਕਿਸਾਨ ਤੇ ਹੋ ਸਕਦਾ ਮਰਦਾ 10 ਸਾਲ ਕੱਢ ਜਾਵੇ, ਤੁਸੀਂ ਸਾਡੇ ਤੋਂ ਪਹਿਲਾਂ ਮਰਨਾ। ਅਸੀਂ ਉਹ ਬਰਤਾਂਤ ਨਹੀਂ ਸਿਰਜ ਸਕੇ, ਅਸੀਂ ਉਹਨਾਂ ਨੂੰ ਦੱਸ ਨਹੀਂ ਸਕੇ। ਰਣਜੀਤ ਸਿੰਘ ਨੇ ਰਾਜ ਕਿਉਂ ਕੀਤਾ? ਰਣਜੀਤ ਸਿੰਘ ਨੇ ਉਹਨਾਂ ਲੋਕਾਂ ਦੇ ਵਿੱਚ ਸਿੱਖ ਰਾਜ ਦੀ ਖੂਬੀ ਕੀ ਹੈ, ਉਹ ਗੈਰ ਸਿੱਖਾਂ ਦੇ ਵਿੱਚ ਵੀ ਉਸ ਬਰਤਾਂਤ ਨੂੰ ਸਿਰਜਿਆ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਅਵੈਤਾ ਬਲ ਮਹਾਰਾਜਾ ਰਣਜੀਤ ਸਿੰਘ ਦਾ ਬਾਹਰੀ ਜਰਨੈਲ, ਵਿਦੇਸ਼ੀ ਜਰਨੈਲ, ਪਸ਼ਾਵਰ ਦੇ ਵਿੱਚ ਜੰਗੀ ਫੌਜੀ ਛਾਉਣੀ ਕਾਇਮ ਕਰਨੀ ਸੀ। ਉਸ ਫੌਜੀ ਛਾਉਣੀ ਨੂੰ ਕਾਇਮ ਕਰਨ ਦੇ ਵਾਸਤੇ ਉਸ ਨੂੰ ਇੱਕ ਅਮੀਰ ਚੰਦ ਨਾਂ ਦੇ ਹਿੰਦੂ ਵਪਾਰੀ ਦਾ, ਅਮੀਰ ਦਾ ਘਰ ਢਾਉਣਾ ਪੈ ਗਿਆ। ਮੱਧ ਪਰਿਵਾਰ ਦੇ ਵਿੱਚੋਂ ਸੀ, ਛੋਟਾ ਮੋਟਾ ਵਪਾਰ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਹਿੰਦੂ ਪਰਿਵਾਰ ਨੂੰ ਘਰ ਬਣਾਉਣ ਦੇ ਵਾਸਤੇ ਉਸ ਆਪਣੇ ਜਰਨੈਲ ਦੀ ਤਨਖਾਹ ਚੋਂ ਕੱਟ ਕੇ 15,000 ਰੁਪਏ ਉਹਨਾਂ ਸਮਿਆਂ 'ਚ ਦਿੱਤੇ ਕਿ ਨਹੀਂ ਕਿਤੇ ਪੰਜਾਬ ਦੇ ਕਿਸੇ ਬਸ਼ਿੰਦੇ ਦੇ ਮਨ ਦੇ ਵਿੱਚ ਬੇਗਾਨਗੀ ਦਾ ਅਹਿਸਾਸ ਨਾ ਪੈਦਾ ਹੋ ਜਾਵੇ, ਕਿਉਂਕਿ ਹੁਣ ਉਹ ਜਿਹੜਾ ਬੇਗਾਨਗੀ ਦਾ ਅਹਿਸਾਸ ਉਹਨਾਂ ਦੇ ਵਿੱਚੋਂ ਕੱਢਿਆ ਗਿਆ, ਅੱਜ ਉਹ ਕਿਉਂ ਵੀਰ ਨਹੀਂ ਸਮਝ ਰਹੇ ਕਿ ਅਸੀਂ ਵੀ ਇਸ ਮਿੱਟੀ ਦੇ ਵਾਰਿਸ ਹਾਂ, ਸਾਨੂੰ ਕਿਸਾਨਾਂ ਦੇ ਨਾਲ ਬਹਿਣਾ ਪਵੇਗਾ, ਸਾਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਪਵੇਗਾ। ਉਹ ਆਪਣੀ ਸੁਰਤ ਨੂੰ, ਆਪਣੀ ਮਾਨਸਿਕਤਾ ਨੂੰ ਪੰਜਾਬੀਅਤ ਦੇ ਨਾਲ ਜੋੜ ਕੇ ਕਿਉਂ ਨਹੀਂ ਵੇਖ ਰਹੇ? ਪਰ ਮੈਂ ਤਾਂ ਇਹ ਵੇਖਦਾ ਕਿ ਹੁਣ ਤੱਕ ਜਿੰਨਾ ਵੀ ਸੰਘਰਸ਼ ਲੜਿਆ ਜਾਂਦਾ ਪੰਜਾਬੀਅਤ ਦੇ ਨਾਂ ਤੇ, ਇੱਕ ਖਾਸ ਵੱਡਾ, ਮੈਂ ਤਾਂ ਸਿੱਖਾਂ ਦੀ ਵੀ ਗੱਲ ਕਰੂੰਗਾ ਕਿ ਸਿੱਖਾਂ ਦਾ ਵੀ ਇੱਕ ਵਰਗ ਹੈ ਜਿਹੜਾ ਰਾਜਨੀਤੀ ਨਾਲ ਜੁੜ ਕੇ ਆਪਣੇ ਆਪ ਨੂੰ ਵੱਡਾ ਸੰਗਤਕਾਰ ਸਮਝਣ ਲੱਗ ਗਿਆ ਹੈ, ਉਹ ਵੀ ਪੰਜਾਬ ਦੇ ਸੰਘਰਸ਼ ਤੋਂ ਦੂਰ ਰਹਿੰਦਾ ਜਿੰਨਾ ਚਿਰ ਉਹਦੀ ਮਜਬੂਰੀ ਨਾ ਬਣ ਜਾਵੇ। ਉਹ ਤੁਹਾਡੇ ਨਾਲ ਉਦੋਂ ਹੀ ਆ ਕੇ ਤੁਹਾਡੇ ਨਾਲ ਬਹਿਣ ਨੂੰ ਤਿਆਰ ਹੈ ਜਦੋਂ ਰਾਜਨੀਤਿਕ ਸੱਤਾ ਉਹਦੀ ਉਸਦੀ ਮਜਬੂਰੀ ਹੈ। ਪਰ ਸੱਚਮੁੱਚ ਪੰਜਾਬ ਦੇ ਸੰਘਰਸ਼ ਜਾਂ ਪੰਜਾਬ ਦੀ ਖੁਦਮੁਖਤਿਆਰੀ ਜਿਹੜੀ ਹੈ ਉਹਦੀ ਮਾਨਸਿਕਤਾ ਦੇ ਵਿੱਚੋਂ ਨਿਕਲ ਚੁੱਕੀ ਹੈ। ਸ਼ਾਇਦ ਉਹ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਚੁੱਕਾ ਹੈ ਵੀ ਤੁਸੀਂ ਤਾਂ ਉਸ ਮਿੱਟੀ ਦੇ ਵਾਰਸ ਹੋ। ਤੁਹਾਨੂੰ ਆਪਣੀਆਂ ਫਸਲਾਂ ਦੇ ਨਾਲ ਤੇ ਆਪਣੀ ਮੁਖਤਿਆਰੀ ਦੇ ਨਾਲ ਮੋਹ ਕਿੰਨਾ ਸੀ। ਜੇ ਤੁਸੀਂ ਆਪਣੇ ਕੈਨੇਡਾ ਤੋਂ ਆਏ ਵੀਰ ਜੀ ਇੱਕ ਯਹੂਦੀਆਂ ਦੀ ਗੱਲ ਕਰਕੇ ਗਏ ਸੀਗੇ, ਯਹੂਦੀਆਂ ਦੇ ਘਰ ਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਨਾ ਤੇ ਉਹਦੇ ਕੰਨ ਦੇ ਵਿੱਚ ਇੱਕ ਗੱਲ ਕੀਤੀ ਜਾਂਦੀ ਹੈ, ਬੋਰਨ ਟੂ ਬੀ ਅ ਰੂਲਰ, ਤੂੰ ਰਾਜ ਕਰਨ ਵਾਸਤੇ ਜੰਮਿਆ। ਇਹ ਤੇ ਅੱਜ ਦੀਆਂ ਗੱਲਾਂ ਨੇ।
ਵੀ ਤੁਹਾਡੇ ਕੰਨਾਂ 'ਚ ਕਿਹੜੇ ਵੇਲੇ ਤੁਹਾਡੀਆਂ ਮਾਵਾਂ ਪਾਉਂਦੀਆਂ ਸੀ ਹਮ ਰਾਖਤ ਪਾਤਸ਼ਾਹੀ ਦਾਵਾ, ਉਹ ਕਿੱਥੇ ਚਲਾ ਗਿਆ? ਕੈਪਟਨ ਮਰੇ ਦੀ ਵਾਰਤਾਲਾਪ ਹੋਈ ਰਤਨ ਸਿੰਘ ਭੰਗੂ ਦੇ ਨਾਲ, ਤੇ ਕੈਪਟਨ ਮਰੇ ਕਹਿੰਦਾ ਪੰਜਾਬ ਦਾ ਮਾਲਕ ਕੌਣ ਹੈ? ਕਹਿੰਦਾ ਅਸੀਂ। ਕਹਿੰਦਾ ਕਿਵੇਂ? ਕਹਿੰਦਾ ਸਾਡੇ ਕੋਲ ਪਾਤਸ਼ਾਹੀ। ਕਹਿੰਦਾ ਦਿੱਤੀ ਕਿਹਨੇ? ਕਹਿੰਦਾ ਹਮਕੋ ਪਾਤਸ਼ਾਹੀ ਨਾਨਕ ਦੇਈ। ਕਹਿੰਦਾ ਗੁਰੂ ਨਾਨਕ ਨੂੰ ਕਿਹਨੇ ਦਿੱਤੀ ਸੀ? ਕਹਿੰਦਾ ਗੁਰੂ ਨਾਨਕ ਨੇ ਰੱਬ ਤੋਂ ਲਈ ਸੀ। ਦੱਸੋ ਹੁਣ ਅੱਗੇ। ਕਹਿੰਦਾ ਫਿਰ ਇਹ ਪਾਤਸ਼ਾਹੀ ਗਾਂ ਕਿਹਨਾਂ ਦੇ ਕੋਲ ਹੈ? ਤੁਹਾਨੂੰ ਰਾਜਨੀਤੀ ਆਉਂਦੀ ਹੈ? ਅੱਜ ਰਾਜਨੀਤੀ ਦੇ ਬਾਰੇ ਸਾਡੀ ਮਾਨਸਿਕਤਾ ਦੇ ਵਿੱਚ ਇੱਕ ਇੰਟਰਚੇਬਿਲਿਟੀ ਪੈਦਾ ਕੀਤੀ ਜਾ ਰਹੀ, ਖਾਸ ਕਰਕੇ ਇੱਕ ਪੋਲੀਟੀਕਲ ਇੰਟਰਚੇਬਿਲਿਟੀ, ਇੱਕ ਰਾਜਨੀਤਿਕ ਅਸ਼ੁੱਧਤਾਵਾਦ ਸਾਡੇ ਮਨ 'ਚ ਪੈਦਾ ਕਰ ਦਿੱਤਾ ਗਿਆ ਕਿ ਜਿਹੜਾ ਬੰਦਾ ਰਾਜਨੀਤੀ 'ਚ ਚਲਾ ਗਿਆ ਇਹ ਤੇ ਬਹੁਤ ਮਾੜਾ। ਤੁਸੀਂ ਚੰਗੇ ਬੰਦਿਆਂ ਨੂੰ ਰਾਜਨੀਤੀ 'ਚ ਨਹੀਂ ਭੇਜੋਗੇ ਤੇ ਮਾਫ ਕਰਨਾ ਮਾੜੇ ਅੱਗੇ ਆਉਣਗੇ। ਜੇ ਪੰਜਾਬ ਦੀ ਮੈਂ ਕਹਿੰਦਾ ਇਸ ਕਿਸਾਨੀ ਦੇ ਸੰਘਰਸ਼ 'ਚੋਂ, ਜਿੱਥੇ ਪੰਜਾਬ ਦਾ ਕਿਸਾਨ, ਛੋਟਾ ਕਿਰਤੀ ਵਰਗ, ਖੇਤ ਮਜ਼ਦੂਰ ਤੇ ਛੋਟਾ ਸ਼ਹਿਰੀ ਦੁਕਾਨਦਾਰ, ਮੈਂ ਛੋਟੇ ਦੀ ਗੱਲ ਕਰ ਰਿਹਾ, ਲੀਡ ਵਰਗ ਦੀ ਗੱਲ ਨਹੀਂ ਕਰ ਰਿਹਾ, ਜੇਕਰ ਉਹ ਤੁਹਾਡੇ ਨਾਲ ਅੱਜ ਸੜਕ ਤੇ ਬੈਠਾ ਹੈ, ਜੇਕਰ ਇਸ ਸੰਘਰਸ਼ ਦੇ ਵਿੱਚੋਂ ਚੰਗਾ ਰਾਜਨੀਤਿਕ ਬਦਲ ਨਹੀਂ ਨਿਕਲਦਾ, ਤੇ ਫਿਰ ਮੈਂ ਸੋਚਦਾ ਕਿ ਸਾਡੇ ਵਿੱਚ ਨਾ ਇੱਕ ਰਾਜਨੀਤਿਕ ਜਿਹੜੀ ਪੋਲੀਟੀਕਲ ਇੰਟਰਚੇਬਿਲਿਟੀ ਪੈਦਾ ਕਰ ਦਿੱਤੀ ਜਾਂਦੀ ਹੈ ਵੀ ਨਹੀਂ, ਰਾਜਨੀਤੀ ਬੜੀ ਮਾੜੀ ਚੀਜ਼ ਹੈ। ਵੀ ਤੁਸੀਂ ਤਾਂ ਉਹ ਸੀ, ਕੈਪਟਨ ਮਰੇ ਨੇ ਪੁੱਛਿਆ, ਕਹਿੰਦਾ ਰਾਜਨੀਤੀ ਆਉਂਦੀ ਹੈ? ਰਤਨ ਸਿੰਘ ਭੰਗੂ ਕਹਿੰਦਾ ਮੇਰੀ ਤਾਂ ਗੱਲ ਹੀ ਛੱਡ ਦੇ, ਮੇਰੇ ਤੇ ਖੂਨ 'ਚ ਹੈ, ਮੈਂ ਤੇ ਮਹਿਤਾਬ ਸਿੰਘ ਮੀਰਾਕੋਟ ਦੇ ਪਰਿਵਾਰ ਦੇ ਵਿੱਚੋਂ, ਮੇਰੀ ਤੇ ਗੱਲ ਹੀ ਸੁਣ ਲੈ। ਕਹਿੰਦਾ ਪੰਜਾਬ ਦੇ ਵਿੱਚ ਜਾ, ਕਹਿੰਦਾ ਅਰੋੜਾ ਝਿਊਰ ਜਾਤ ਸਨਾਤ ਜੇ ਸਭ ਜਾਣੇ ਰਾਜਨੀਤੀ ਕੀ ਬਾਤ, ਕਹਿੰਦਾ ਕਿਤੇ ਪਿੰਡ 'ਚ ਜਾ ਕੇ ਵੇਖ, ਚਾਹੇ ਕੋਈ ਦਲਿਤ ਹੈ, ਚਾਹੇ ਕੋਈ ਜੱਟ ਹੈ, ਚਾਹੇ ਕੋਈ ਸ਼ੂਦਰ ਹੈ, ਸਾਰੇ ਰਾਜਨੀਤੀ ਜਾਣਦੇ ਨੇ। ਉਹ ਤੁਹਾਡੇ ਤਾਂ ਲਹੂ ਦੇ ਵਿੱਚ ਸੀ, ਸਾਡੇ ਤਾਂ ਖੂਨ ਦੇ ਵਿੱਚ ਸੀ। ਹਮਕੋ ਪਾਤਸ਼ਾਹੀ ਨਾਨਕ ਦਈ, ਹਮ ਰਾਖਤ ਪਾਤਸ਼ਾਹੀ ਦਾਵਾ। ਅੱਜ ਸਾਡੇ ਚੋਂ ਪਾਤਸ਼ਾਹੀ ਦਾਵਾ ਗਵਾਚਦਾ ਕਿਉਂ ਜਾ ਰਿਹਾ ਹੈ? ਇਹਨਾਂ ਗੱਲਾਂ ਕਰਕੇ। ਔਰ ਇਹ ਦਾਅਵੇਦਾਰੀ ਢਾਡੀ ਕਿੰਨੀ ਵੱਡੀ ਸੀ। ਅਹਿਮਦ ਸ਼ਾਹ ਅਬਦਾਲੀ ਏਸ਼ੀਆ ਦਾ ਜੇਤੂ ਸਮਰੈਲ, ਨਿਰਸੰਦੇਹ ਕੋਈ ਸ਼ੱਕ ਨਹੀਂ। ਜੇਕਰ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਜਨਮਦਾਤਾ ਉਹ ਹੈ, ਉਸ ਨੂੰ ਉੱਥੇ ਬਾਬਾ ਅਫਗਾਨਿਸਤਾਨ ਕਿਹਾ ਜਾਂਦਾ ਹੈ। ਅਫਗਾਨਿਸਤਾਨ ਦਾ ਨਾਂ ਉਸਨੇ ਰੱਖਿਆ, ਨੀਂਹ ਉਸਨੇ ਰੱਖੀ, ਖਿੱਤਾ ਉਸਨੇ ਕਾਇਮ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਰਾਜਨੀਤਿਕ ਔਰ ਯੁੱਧ ਨੀਤਿਕ ਤੌਰ ਤੇ ਬੜਾ ਸਿਆਣਾ ਜਰਨੈਲ ਸੀ। ਮਰੱਟਿਆਂ ਦਾ ਲੱਕ ਤੋੜਿਆ, ਤਕਰੀਬਨ 3 ਦਹਾਕੇ ਮਰੱਟੇ ਦੁਬਾਰਾ ਉੱਠ ਨਹੀਂ ਸਕੇ। ਤੇ ਜਦੋਂ ਕੋਪਰਹੀੜੇ ਦੇ ਮੈਦਾਨ ਦੇ ਵਿੱਚ ਸਿੱਖਾਂ ਦੇ ਨਾਲ ਲੜਿਆ ਨਾ, ਤੇ ਸਿੱਖਾਂ ਨੂੰ ਜਦੋਂ ਲੜਦਿਆਂ ਵੇਖਿਆ, ਤੇ ਉਸ ਜੰਗ ਦੇ ਵਿੱਚ ਸਿੱਖਾਂ ਨੂੰ ਲੜਦਿਆਂ ਵੇਖਣ ਤੋਂ ਬਾਅਦ ਇਹ ਦੇਵੀਗੜ੍ਹ ਦੇ ਕਿਲ੍ਹੇ 'ਚ ਜਾ ਕੇ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਨੂੰ ਮਿਲਿਆ ਤੇ ਕਹਿੰਦਾ ਸਿੱਖਾਂ ਦੇ ਨਾਲ ਸੁਲ੍ਹਾ ਕਰਾ ਦੇ, ਇਹਨਾਂ ਦੇ ਨਾਲ ਲੜਨਾ ਔਖਾ, ਇਹਨਾਂ ਨਾਲ ਮੇਰੀ ਸੁਲ੍ਹਾ ਕਰਾ ਦੇ। ਤੇ ਆਲਾ ਸਿੰਘ ਨੇ ਉਸ ਵੇਲੇ ਨਾਨੂ ਸਿੰਘ ਗਰੇਵਾਲ ਨਾਂ ਦਾ ਵਕੀਲ ਸੀ ਜਿਹੜਾ ਸਿੱਖਾਂ ਦੇ ਕੋਲ ਭੇਜਿਆ, ਤੇ ਉਹ ਜੋ ਪੰਗ ਸਿੰਘ ਬੈਠੇ ਨੇ ਉਹਨਾਂ ਪੰਜਾਂ ਸਿੰਘਾਂ ਦੇ ਅੱਗੇ ਨਾਨੂ ਸਿੰਘ ਗਰੇਵਾਲ ਵਕੀਲ ਜਿਹੜਾ ਅਬਦਾਲੀ ਵੱਲੋਂ ਭੇਜਿਆ ਗਿਆ, ਉਹਨੇ ਇੱਕ ਸ਼ਰਤ ਰੱਖੀ ਹੈ। ਕਹਿੰਦਾ ਸ਼ਰਤ ਬੜੀ ਸੌਖੀ ਹੈ, ਸੱਚਮੁੱਚ ਸ਼ਰਤ ਬੜੀ ਸੌਖੀ ਹੈ। ਅੱਜ ਵੀ ਜਦੋਂ ਹੁਣ ਸਟੇਟ ਨੇ ਕਹਿਣਾ ਨਾ ਜੀ ਅਸੀਂ MSP ਜਿਹੜੀ ਆ ਉਹਦੀਆਂ ਮੰਗਾਂ ਜਾਰੀ ਰੱਖਾਂਗੇ, ਇਹ ਕਰਾਂਗੇ ਉਹ ਕਰਾਂਗੇ, ਤੇ ਮਾਫ ਕਰਨਾ ਸਾਡੀਆਂ ਬਹੁਤੀਆਂ ਰਾਜਨੀਤਿਕ ਤੇ ਦੂਜੀਆਂ ਧਿਰਾਂ ਨੇ ਕਹਿਣਾ ਹੁਣ ਮੋਰਚਾ ਛੱਡ ਦਿਓ, ਕਿਉਂਕਿ ਅਸੀਂ ਆਪਣੀ ਲੌਂਗ ਟਰਮ ਤੇ ਸ਼ਾਰਟ ਟਰਮ ਪਲੈਨ ਨਹੀਂ ਕੀਤੀ। ਪਰ ਜਿਸ ਕੌਮ ਨੇ ਰਾਜ ਕਰਨਾ ਸੀ, ਜਿਸ ਜੱਸਾ ਸਿੰਘ ਰਾਮਗੜੀਏ ਨੂੰ, ਜਿਸ ਜੱਸਾ ਸਿੰਘ ਆਲੂਵਾਲੀਏ ਨੂੰ, ਜਿਸ ਚੜ੍ਹਤ ਸਿੰਘ ਨੂੰ, ਜਿਸ ਡੱਲੇਵਾਲੀਏ ਸਰਦਾਰ ਨੂੰ, ਤੇ ਜਿਸ ਸਰਦਾਰ ਬਘੇਲ ਸਿੰਘ ਤੇ ਹਰੀ ਸਿੰਘ ਤੇ ਕਰਮ ਸਿੰਘ ਨੂੰ ਪਤਾ ਸੀ ਅਸੀਂ ਆਉਣ ਵਾਲੀ ਉਮਤ ਨੂੰ ਰਾਜ ਦੇਣਾ ਤੇ ਅਸੀਂ ਲੌਂਗ ਟਰਮ ਪਲੈਨਿੰਗ ਦੇ ਵਿੱਚੋਂ ਨਿਕਲਣਾ, ਉਹਨਾਂ ਦੇ ਸਾਹਮਣੇ ਪੇਸ਼ਕਸ਼ ਰੱਖੀ ਗਈ ਉਹ 6 ਮਹੀਨਿਆਂ ਬਾਅਦ ਅਬਦਾਲੀ ਆਇਆ ਕਰੇਗਾ, ਤੇ ਤੁਸੀਂ ਛਮਾਹੀ ਦੇ ਤੌਰ ਤੇ ਬਾਜਰਾ, ਮੋਠ, ਗਵਾਰਾ, ਜਿੰਨੀਆਂ ਕੋਲੋਂ ਫਸਲਾਂ ਹੁੰਦੀਆਂ ਸੀ, ਇਹ ਚੀਜ਼ਾਂ ਉਹਦੀ ਝੋਲੀ 'ਚ ਪਾ ਦਿਆਓ ਤੇ ਤੁਸੀਂ ਇੱਥੋਂ ਦੀ ਨਵਾਬੀ ਕਰ ਸਕਦੇ ਹੋ। ਪਰ ਬਾਦਸ਼ਾਹ ਤੁਹਾਡਾ ਅਬਦਾਲੀ ਹੋਵੇਗਾ। ਕਿੰਨਾ ਸਸਤਾ ਸੌਦਾ, ਕਿੰਨਾ ਵਧੀਆ ਸੌਦਾ ਜੇ ਸੋਚਿਆ ਜਾਵੇ। ਪਰ ਸਰਦਾਰ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਆਪਣੇ 5 ਸਿੰਘਾਂ ਦੇ ਨਾਲ ਸਲਾਹ ਕਰਕੇ ਉਸ ਨੂੰ ਜਵਾਬ ਪਤਾ ਕੀ ਦਿੰਦਾ ਹੈ? ਕਹਿੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇੱਥੋਂ ਦੇ ਬਾਦਸ਼ਾਹ ਤੇ ਅਬਦਾਲੀ ਉੱਥੋਂ ਦਾ ਲਟੇਰਾ ਕਦੀ ਬਾਦਸ਼ਾਹ ਲਟੇਰਿਆਂ ਦੀਆਂ ਆਫਰ ਤੇ ਪੇਸ਼ਕਸ਼ ਪ੍ਰਵਾਨ ਨਹੀਂ ਕਰਦੇ। ਪਹਿਲੀ ਗੱਲ ਤਾਂ ਬਾਦਸ਼ਾਹ ਲਟੇਰਿਆਂ ਦੀਆਂ ਆਫਰ ਪ੍ਰਵਾਨ ਨਹੀਂ ਕਰਦੇ ਹੁੰਦੇ। ਅੱਜ ਦੇ ਸੰਦਰਭ ਵੀ ਇਸ ਨੂੰ ਯਾਦ ਰੱਖਿਓ ਤੁਸੀਂ ਪੰਜਾਬ ਦੇ ਬਾਦਸ਼ਾਹ। ਦੂਜੀ ਗੱਲ ਕਣਕ ਦੀ ਨਹੀਂ ਹੈ, ਗੱਲ ਬਾਜਰੇ ਦੀ ਨਹੀਂ ਹੈ, ਗੱਲ ਜਵਾਰ ਦੀ ਨਹੀਂ ਹੈ, ਗੱਲ ਮੋਠਾਂ ਦੀ ਨਹੀਂ ਹੈ, ਗੱਲ ਹੈਗੀ ਆਜ਼ਾਦੀ ਦੀ ਤੇ ਗੁਲਾਮੀ ਦੀ। ਜਿਹੜਾ ਜਵਾਬ ਦਿੱਤਾ ਉਸ ਵੇਲੇ ਨਾ
सरदार सोहण सिंह सीतल होना ने उसनूं कविता 'च लिखिया, कहंदे साडे वल्लों शाह नूं कह देना जाके, शाह अब्दाली बारे शब्द वरत्या गया, साडे वल्लों शाह नूं कह देना जाके, मिलांगे उसनूं रण विच हथ तेग उठा के, शर्तां लिखांगे रत नाल खैबर कोल जाके, शाह नजराने साथों भालदा इउं ईन मना के, पर शेर ना जिउंदे सीतला नक नत्थ पवा के। साडी विचारधारा दा इस ਅਸੀਂ ਤਾਂ ਉਸ ਵਿਰਸੇ ਦੇ ਵਾਰਸ ਸੀ ਜਿੱਥੇ ਕਿਸੇ ਤਰ੍ਹਾਂ ਦੀ ਆਪਣੀ ਕੌਮੀਅਤ ਜਾਂ ਆਪਣੇ ਖੇਤਰੀ ਪੱਧਰ ਜਾਂ ਆਪਣੇ ਖਿੱਤੇ ਜਾਂ ਆਪਣੀ ਖੁਦ ਮੁਖਤਿਆਰੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੀ ਨਹੀਂ ਕੀਤਾ ਜਾਂਦਾ। ਸਾਡੇ ਵਡੇਰੇ ਤਾਂ ਉਹ ਸੀ। ਅੱਜ ਸਾਨੂੰ ਉਸ ਚੀਜ਼ ਨੂੰ ਵੇਖਣਾ ਪਵੇਗਾ ਕਿ ਜਿਸ ਤਰ੍ਹਾਂ ਦੇ ਨਾਲ ਸਨਅਤਕਾਰੀ, ਇਹ ਵੱਡਾ ਜਿਹੜਾ ਕਾਰਪੋਰੇਟ ਸੈਕਸ਼ਨ ਹੈ ਨਾ, ਇਹ ਪੰਜਾਬ ਦੀ ਸਨਅਤਕਾਰੀ ਨੂੰ ਜਿਸ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰਨ ਵਾਸਤੇ ਤੁਰਿਆ ਹੋਇਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੇਖੋ, ਮੈਂ ਬਾਰ-ਬਾਰ ਇਹ ਗੱਲ ਕਿਹਾ ਗਿਆ ਕਿ ਸਰਕਾਰਾਂ ਦੇ ਵੱਲੋਂ ਤੇ ਹੁਣ ਜਿਹੜਾ ਮੀਡੀਆ ਦਾ ਵੀ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਨਾ, ਉਹ ਵੀ ਸਨਅਤਕਾਰੀ ਦਾ ਹਿੱਸਾ ਬਣ ਗਿਆ ਕਾਰਪੋਰੇਟ ਸੈਕਸ਼ਨ ਦਾ। ਔਰ ਉਹਨਾਂ ਵੱਲੋਂ ਜਿਹੜਾ ਬਿਰਤਾਂਤ ਹੁਣ ਸਿਰਜਿਆ ਜਾ ਰਿਹਾ, ਕੁਐਸਚਨਾਂ ਦੀ ਗੱਲ ਹੈ ਨਾ ਕਿ ਤੁਹਾਡੀ ਪਰਾਲੀ ਦੇ ਧੂਏ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੋ ਰਿਹਾ ਹੈ, ਪਰ ਜੇ ਤੁਸੀਂ ਪੋਲਿਊਸ਼ਨ ਦੇ ਅੰਕੜੇ ਕੱਢ ਕੇ ਵੇਖੋ ਤੇ 51% ਪੋਲਿਊਸ਼ਨ ਕਰਦੀਆਂ ਨੇ ਇਹਨਾਂ ਦੀਆਂ ਫੈਕਟਰੀਆਂ ਹਿੰਦੁਸਤਾਨ ਦੇ ਵਿੱਚ, 25% ਪੋਲਿਊਸ਼ਨ ਹੈ ਮੋਟਰ ਗੱਡੀਆਂ ਦਾ, 11% ਘਰੇਲੂ ਹੈ ਤੇ 8.5% ਕਿਹੜਾ ਉਹ ਹੈਗਾ ਤੁਹਾਡੀਆਂ ਫਸਲਾਂ ਦਾ, ਸਿਰਫ 8.5%। ਤੇ ਉਹਦੇ ਤੋਂ ਵੱਧ ਤਾਂ ਬਿਹਾਰ ਦੇ ਭਈਏ ਬੀੜੀ ਫੂਕ ਦਿੰਦੇ, ਉਸ ਤੋਂ ਵੱਧ ਉਹ ਪੋਲਿਊਸ਼ਨ ਕਰ ਦਿੰਦੇ। ਹਾਲਾਂਕਿ ਤੁਹਾਡੀ ਪਰਾਲੀ ਦੇ ਵਿੱਚੋਂ ਕੋਈ ਜ਼ਹਿਰੀਲਾ ਅੰਸ਼ ਨਹੀਂ ਨਿਕਲਦਾ, ਪਰ ਜਦੋਂ ਉਹ ਬੀੜੀ ਪੀਂਦੇ ਨੇ 3000 ਕਿਸਮ ਦੇ ਜ਼ਹਿਰੀਲੇ ਕੈਮੀਕਲ ਤੁਹਾਡੀ ਹਵਾ 'ਚ ਜਾ ਰਹੇ ਹੁੰਦੇ, ਉਹਨਾਂ ਦੀ ਕੋਈ ਚਿੰਤਾ ਨਹੀਂ। ਉਸ ਪੋਲਿਊਸ਼ਨ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ, ਤੁਹਾਡੀ ਪਰਾਲੀ ਦੀ ਚਿੰਤਾ ਹੈ ਜਿਹਦੇ 'ਚ ਕੋਈ ਜ਼ਹਿਰੀਲਾ ਤੱਤ ਨਿਕਲ ਕੇ ਜਦੋਂ ਅਸੀਂ ਪਰਾਲੀ ਫੂਕਦੇ ਹਾਂ ਤੇ ਘਰਾਂ 'ਚ ਵੀ ਬੈਠੇ ਹੁੰਦੇ ਹਾਂ, ਉਸੇ ਕਿੱਲੇ ਦੇ ਵਿੱਚ ਹੁੰਦੇ, ਉਸੇ ਏਕੜ ਦੇ ਵਿੱਚ ਖਲੋਤੇ ਹੁੰਦੇ ਹਾਂ, ਸਾਨੂੰ ਦਮਾ ਨਹੀਂ ਹੁੰਦਾ। ਪਰ ਇਹਨਾਂ ਨੂੰ ਸਿਗਰਟਾਂ ਦੇ ਨਾਲ ਦਮਾ ਨਹੀਂ ਹੁੰਦਾ, ਤੁਹਾਡੀ ਪਰਾਲੀ ਨਾਲ ਦਮਾ ਹੁੰਦਾ। ਉਹਦਾ ਕਾਰਨ ਕੀ ਹੈ ਕਿ ਉਹਨਾਂ ਬਹੁ ਗਿਣਤੀ ਕੌਮੀਅਤ ਦੇ ਵਿੱਚ ਇੱਕ ਬਿਰਤਾਂਤ ਨੂੰ ਸਿਰਜਣਾ ਹੈ ਕਿ ਇਹ ਸਭ ਕੁਝ ਤੁਹਾਡੇ ਕਰਕੇ ਹੋ ਰਿਹਾ। ਇਹ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਉਣੀ ਹੈ। ਤੇ ਹੁਣ ਇਹ ਤੁਹਾਡੀ ਤੇ ਖਾਸ ਕਰਕੇ ਸੋਸ਼ਲ ਮੀਡੀਆ ਵਾਲੇ ਜਿੰਨੇ ਕੁ ਸਮਝਦੇ ਨੇ ਕਿ ਅਸੀਂ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਏ ਹਾਂ, ਇਸ ਮੀਡੀਆ ਦੀ ਇੱਕ ਵਿਸ਼ੇਸ਼ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸਾਡਾ ਦੁਖਾਂਤ, ਪੰਜਾਬ ਦਾ ਦੁਖਾਂਤ ਤੇ ਉਹਦਾ ਬਿਰਤਾਂਤ ਜਿਹੜਾ ਉਹ ਸਿਰਜਣਾ। ਅਸੀਂ ਪੰਜਾਬ ਦੇ ਲੋਕਾਂ ਦਾ ਦੁਖਾਂਤ ਵੀ ਦੱਸਣਾ ਕਿ ਅਸੀਂ ਕੀ ਸੀ ਤੇ ਕਿਸ ਪੱਧਰ ਦੇ ਉੱਪਰ ਪਹੁੰਚ ਗਏ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਕਿਤੇ ਇੱਕ ਕਿਤਾਬ ਸੀਡਸ ਆਫ ਡਿਸਟਰਕਸ਼ਨ ਪੜ੍ਹਨ ਦਾ ਮੌਕਾ ਮਿਲੇ, ਨਾ ਤੋਂ ਸਪਸ਼ਟ ਹੈ ਤਬਾਹੀ ਦੇ ਬੀਜ। ਕਿਸਾਨ ਬਜ਼ੁਰਗ ਬੈਠੇ ਨੇ, ਅਸੀਂ ਨਦੀਨ ਹੀ ਪੁੱਟਦੇ ਹੁੰਦੇ ਸੀ ਝੋਨੇ ਦੇ ਵਿੱਚੋਂ। ਉਸ ਤੋਂ ਬਾਅਦ ਮਚੈਟੀ ਆ ਗਈ, ਮਨਸੈਂਟੋ ਕੰਪਨੀ ਜਿਹੜੀ ਕਿ ਰੌਕਫੈਲਰ ਪਰਿਵਾਰ ਦੀ ਹੈ, ਜਿਹੜਾ ਅੱਜ ਦੁਨੀਆ ਦੇ ਵੱਡੇ 5 ਬੈਂਕਰਾਂ ਦੇ ਵਿੱਚੋਂ ਜਿਹੜੇ ਅੱਜ ਦੁਨੀਆ ਨੂੰ ਕਹਿ ਸਕਦੇ ਹੋ ਕਿ ਚਲਾ ਰਹੇ ਨੇ ਆਰਥਿਕ ਪੱਧਰ ਦੇ ਉੱਪਰ। ਮਨਸੈਂਟੋ ਦੀ ਮਚੈਟੀ ਆ ਗਈ, ਬਾਇਰ ਦੀਆਂ ਕੁਝ ਹੋਰ ਦਵਾਈਆਂ ਆ ਗਈਆਂ, ਇਨਸੈਕਟੀਸਾਈਡ ਆ ਗਏ, ਪੈਸਟੀਸਾਈਡਸ ਆ ਗਏ। ਹੁਣ ਅਸੀਂ ਉਹ ਪਾਉਣੇ ਸ਼ੁਰੂ ਕਰ ਦਿੱਤੇ। ਕਿੰਨੇ ਸਾਲ ਤੁਹਾਨੂੰ ਪਤਾ ਹੈ, ਮੈਂ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਹਾਂ, ਅਸੀਂ ਕਣਕ ਬੀਜਦੇ ਸੀ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਹੀ ਕਣਕ ਦਾ ਬੀਜ ਰੱਖ ਲੈਂਦੇ ਸੀ, ਅਗਲੇ ਸਾਲ ਇਹਦੇ ਚੋਂ ਪਾਉਣਾ। ਹੁਣ ਕਿੰਨੇ ਸਾਲ ਉੱਗਦਾ ਹੈ? ਹੁਣ ਤੁਹਾਨੂੰ ਹਾਈਬ੍ਰਿਡ ਕਿਉਂ ਖਰੀਦਣੇ ਪੈਂਦੇ ਨੇ? ਕਿਉਂਕਿ ਤੁਹਾਡੀ ਜ਼ਮੀਨ ਦੇ ਬੀਜ ਦੀ ਉਗਾਈ ਤੋਂ ਲੈ ਕੇ ਬਿਜਾਈ ਤੋਂ ਲੈ ਕੇ ਪੈਸਟੀਸਾਈਡ ਇਨਸੈਕਟੀਸਾਈਡ ਤੱਕ ਇੱਕ ਵੱਡੇ ਕਾਰਪੋਰੇਟ ਸੈਕਟਰ ਦਾ ਜਿਹੜਾ ਉਹ ਕਬਜ਼ਾ ਹੋ ਚੁੱਕਾ ਹੈ। ਔਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਸਨਅਤਕਾਰੀ ਜਾਂ ਇੰਨੇ ਕਾਰਪੋਰੇਟ ਘਰਾਣਿਆਂ ਦੇ ਬਹੁਤ ਵੱਡੇ ਜਿਹੜੇ ਥਿੰਕਰ ਨੇ ਨਾ, ਉਹ ਸੋਚਦੇ ਨੇ ਕਿ 2 ਚੀਜ਼ਾਂ ਤੋਂ ਬਾਅਦ, ਦਵਾਈਆਂ ਔਰ ਹਥਿਆਰ ਤੋਂ ਬਾਅਦ, ਜੇਕਰ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਮੰਡੀ ਹੈ ਤੇ ਉਹ ਅੰਨ ਹੈ। ਜਿਹਦੇ ਹੱਥ ਦੇ ਵਿੱਚ ਹਥਿਆਰ ਹੈ, ਰੋਟੀ ਉਹਨੂੰ ਵੀ ਚਾਹੀਦੀ ਹੈ, ਜਿਹੜਾ ਬਿਮਾਰ ਹੈ ਰੋਟੀ ਉਹਨੂੰ ਵੀ ਚਾਹੀਦੀ ਹੈ। ਇਸ ਕਰਕੇ ਤੁਹਾਡਾ ਅੰਨ ਜਿਹੜਾ ਇਸ ਦੇ ਉੱਪਰ ਨਜ਼ਰਾਂ ਟਿਕੀਆਂ ਹੋਈਆਂ ਨੇ, ਕਿਉਂਕਿ ਇਹ ਤੀਜੇ ਨੰਬਰ ਦੇ ਉੱਪਰ, ਵੈਸੇ ਤਾਂ ਹੁਣ ਦੂਜੇ ਨੰਬਰ 'ਚ ਆਇਆ ਦਵਾਈਆਂ ਤੋਂ ਬਾਅਦ, ਪਰ ਦੂਸਰੇ ਜਾਂ ਤੀਸਰੇ ਨੰਬਰ ਦੇ ਉੱਪਰ ਇਹ ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਦਾ ਸਰੋਤ ਬਣਦਾ ਜਾ ਰਿਹਾ। ਇਸੇ ਕਰਕੇ ਤੁਹਾਡੇ ਉੱਪਰ ਇਹ ਨਜ਼ਰਾਂ ਲੱਗੀਆਂ ਹੋਈਆਂ ਨੇ। ਹੁਣ ਇਹਨੂੰ ਅਸੀਂ ਬਚਾਉਣਾ ਕਿਵੇਂ ਹੈ?
ਇਹਦੇ ਵਾਸਤੇ ਲੌਂਗ ਟਰਮ ਸਾਡੀਆਂ ਪਲੈਨਿੰਗ ਕੀ ਹੋਣ, ਸਾਡੇ ਕਿਹੜੇ ਮੁੱਦੇ ਹੋਣ, ਕਿਸ ਤਰ੍ਹਾਂ ਦੀ ਖੁਦਮੁਖਤਿਆਰੀ ਦੀ ਅਸੀਂ ਗੱਲ ਕਰਨੀ ਹੈ, ਇਹ ਸਾਨੂੰ ਸਿਰ ਜੋੜ ਕੇ ਬੈਠਣਾ ਪੈਣਾ। ਤੇ ਹੁਣ ਮੈਂ ਤੁਹਾਨੂੰ ਬੇਨਤੀ ਵੀ ਕਰਾਂ ਕਿ ਥੋੜ੍ਹਾ ਜਿਹਾ ਆਪਣੇ ਰਾਜਨੀਤਿਕ ਧਿਰਾਂ ਤੋਂ ਉੱਪਰ ਆ ਕੇ ਉਸ ਰਾਜਸੀ ਮੁਹਾਜ਼ ਦੀ ਸਿਰਜਣਾ ਦੀ ਗੱਲ ਕਰੋ ਜਿਹੜਾ ਸੱਚਮੁੱਚ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰ ਸਕਦਾ। ਮਿਸਲਾਂ ਵੱਖ-ਵੱਖ ਲੜਦੀਆਂ ਸੀ, ਲੜਦੇ ਰਹੋ, ਵੱਖ-ਵੱਖ ਪਿੰਡਾਂ 'ਚ ਸਾਡੇ ਸਾਰਿਆਂ ਦੇ ਲੜਾਈ ਝਗੜੇ ਨੇ, ਕੋਈ ਵੱਡੀ ਗੱਲ ਨਹੀਂ। ਮਿਸਲਾਂ ਵੱਖ-ਵੱਖ ਲੜਦੀਆਂ ਸੀ ਤੇ ਜਦੋਂ ਅਬਦਾਲੀ ਨੇ ਹਮਲਾ ਕਰ ਦਿੱਤਾ ਤੇ ਸਰਦਾਰ ਮਿੱਤ ਸਿੰਘ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਡੱਲੇਵਾਲੀਆ ਮਿਸਲ ਦੇ ਸਰਦਾਰ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕਹਿੰਦੇ ਕਿ ਅਬਦਾਲੀ ਨੇ ਘੇਰ ਲਿਆ, ਹੁਣ ਆਪਣੀ ਮਿਸਲ ਆਪੋ ਆਪਣੇ ਬਜ਼ੁਰਗਾਂ ਤੇ ਆਪੋ ਆਪਣੀਆਂ ਔਰਤਾਂ ਦੀ ਰਾਖੀ ਕਰ ਲਵੇ। ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇੱਕ ਗੱਲ ਕਹੀ ਸੀ, ਉਹਨੇ ਕਿਹਾ ਸੀ ਮਿਸਲ ਵੰਡ ਅਬ ਕਬੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਓ। ਹੁਣ ਆਪਸੀ ਵੰਡ ਛੱਡ ਦਿਓ, ਹੁਣ ਤੁਹਾਡਾ ਦੁਸ਼ਮਣ ਵੱਡਾ ਹੈ। ਜਿੰਨਾ ਚਿਰ ਤੁਹਾਡੇ ਸਿਰ ਤੇ ਦੁਸ਼ਮਣ ਨਹੀਂ ਸੀ ਤੁਸੀਂ ਆਪਸ 'ਚ ਬਥੇਰਾ ਲੜ ਲਿਆ, ਬਹੁਤ ਲੜ ਲਿਆ ਸੀ ਆਪਸ ਦੇ ਵਿੱਚ। ਹੁਣ ਤੁਹਾਡੇ ਸਿਰ ਦੇ ਉੱਪਰ ਜਿਹੜਾ ਕਾਰਪੋਰੇਟ ਸੈਕਟਰ ਦਾ ਵੱਡਾ ਦੁਸ਼ਮਣ ਹੈ ਨਾ, ਉਹਦੇ ਵਾਸਤੇ ਤੁਹਾਨੂੰ ਇਕੱਠੇ ਪਾਉਣਾ ਪੈਣਾ। ਹੁਣ ਤੁਹਾਨੂੰ ਉਸ ਗੱਲ ਨੂੰ ਆਪਣੇ ਦਿਮਾਗ 'ਚ ਪਾਉਣਾ ਪੈਣਾ ਕਿ ਰਲ ਮਿਲ ਖੜ ਤੁਰ ਪੰਥ ਬਚਾਓ। ਹੁਣ ਪੰਥ ਬਚਾਉਣ ਦੀ ਗੱਲ ਕਰਨੀ ਪੈਣੀ ਹੈ। ਤੇ ਜਿਹੜਾ ਪੰਥ ਤੇ ਪੰਜਾਬ ਹੈ ਨਾ, ਅਸੀਂ ਸਾਰੇ ਹੀ ਪਿੰਡਾਂ 'ਚ ਰਹਿੰਦੇ ਹਾਂ, ਗੁਰਦੁਆਰੇ ਚੱਲਦੇ ਹਾਂ, ਔਰ ਗ੍ਰੰਥ ਔਰ ਪੰਥ ਨੂੰ ਤੋੜ ਕੇ ਨਹੀਂ ਜੇ ਵੇਖਿਆ ਜਾ ਸਕਦਾ। ਜਿਸ ਵੇਲੇ ਸਰਦਾਰ ਗੁਰਬਖਸ਼ ਸਿੰਘ ਅੰਮ੍ਰਿਤਸਰ ਸ਼ਹੀਦ ਹੋਣ ਲੱਗਾ ਸੀ ਨਾ, ਤੇ ਸ਼ਹਾਦਤ ਤੋਂ ਪਹਿਲਾਂ ਉਹਨੇ ਕਲਗੀਧਰ ਪਾਤਸ਼ਾਹ ਦੇ ਨਾਲ ਇੱਕ ਪਿਆਰੀ ਜੀ ਗੱਲ ਕੀਤੀ ਸੀ। ਕਹਿੰਦਾ ਪਾਤਸ਼ਾਹ ਪੰਥ ਜੋ ਰਹਾ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਜੋ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ। ਸੋ ਤੁਹਾਡੀ ਗੁਰੂ ਸਾਹਿਬ ਦੀ ਵਿਚਾਰਧਾਰਾ ਵੀ ਉਹਨਾਂ ਚਿਰ ਤੱਕ ਦੁਨੀਆ 'ਚ ਪ੍ਰਵਾਹਿਤ ਹੋ ਸਕੇਗੀ ਜਿੰਨਾ ਚਿਰ ਤੱਕ ਤੁਹਾਡੀ ਮਾਨਸਿਕਤਾ ਦੇ ਵਿੱਚ, ਚਾਹੇ ਪੰਜਾਬ ਦਾ ਕੋਈ ਹਿੰਦੂ ਹੈ, ਚਾਹੇ ਕੋਈ ਦਲਿਤ ਵੀਰ ਹੈ, ਚਾਹੇ ਕੋਈ ਕਿਸਾਨ ਹੈ, ਜਿੰਨਾ ਚਿਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਦੇ ਉੱਪਰ। ਇਹਦੇ ਤੋਂ ਬਿਨਾਂ ਨਾ ਕੋਈ ਵਿਕਲਪ ਤੇ ਨਾ ਕੋਈ ਸੰਕਲਪ ਸਾਡੇ ਕੋਲ ਹੈਗਾ ਕਿ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਹੈ। ਤੇ ਇਹ ਜਿਹੜਾ ਗੁਰਾਂ ਦੇ ਨਾਂ ਤੇ ਜਿਉਂਦਾ ਪੰਜਾਬ ਹੈ, ਜਿਸ ਗੁਰੂ ਸਾਹਿਬਾਨ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ ਦੀ ਗੱਲ ਕੀਤੀ ਸੀ, ਉਸ ਜਰਖੇਸ ਮਿੱਟੀ ਦੇ ਵਾਸਤੇ, ਉਸ ਧਰਤੀ ਮਾਤਾ ਦੇ ਵਾਸਤੇ ਸਾਨੂੰ ਇਕਜੁੱਟ ਹੋਣਾ ਪਵੇਗਾ। ਪੰਜਾਬ ਦੇ ਵਿੱਚ ਪੰਜਾਬੀਅਤ ਦੇ ਵਾਸਤੇ, ਇਸ ਮਿੱਟੀ ਦੇ ਵਾਸਤੇ, ਔਰ ਅਸੀਂ ਇਸ ਸੂਬੇ ਦੀ ਰੀੜ੍ਹ ਦੀ ਹੱਡੀ ਹਾਂ। ਸਾਨੂੰ ਕਿਤੇ ਨਾ ਕਿਤੇ ਆਪਣੇ ਸਿਆਸੀ ਮਤਭੇਦ ਭੁਲਾ ਕੇ ਇੱਕ ਟੇਬਲ ਦੇ ਉੱਪਰ ਆਉਣਾ ਪਵੇਗਾ। ਪਰ ਇਸ ਵਾਰੀ ਫਿਰ ਉਹੀ ਗੱਲ ਸਰਦਾਰ ਕਪੂਰ ਸਿੰਘ ਦੀ ਗੱਲ ਕਹਿ ਕੇ ਸਮਾਪਤੀ ਕਰਨ ਲੱਗਿਆ, ਇੰਝ ਨਾ ਹੋਵੇ ਕਿ ਤੁਸੀਂ ਸੜਕਾਂ ਤੇ ਜਿੱਤ ਜਾਓ ਤੇ ਟੇਬਲ ਤੇ ਜਾ ਕੇ ਹਾਰ ਜਾਓ। ਇਸ ਵਾਰੀ ਇੰਝ ਨਾ ਹੋਣ ਦਿਓ। ਇਸ ਵਾਰੀ ਜਿਹੜੀ ਜਿੱਤ ਹੈ ਉਹਨੂੰ ਯਕੀਨੀ ਬਣਾ ਕੇ ਤੁਰਿਓ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।